सो स्टूडेंट, आज हम जो पार्ट 5 हैं हमारे पंजाबी के सिलेबस में पंजाब ਦੇ ਲੋਕ ਕਿੱਤੇ ਲੋਕ ਕਲਾਵਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਜੋ ਕਿ ਭਾਈ ਕਿਰਪਾਲ ਕਜ਼ਾਕ ਜੀ ਨੇ ਲਿਖਿਆ ਹੈ। ਠੀਕ ਹੈ। ਸੋ ਕੁਐਸਚਨਸ ਦੇ ਵਿੱਚ ਨੇ, ਇਹ ਲੌਂਗ ਕੁਐਸਚਨਸ ਨੇ, ਬਟ ਮੈਂ ਤੁਹਾਨੂੰ ਇਹਦੇ ਵਿੱਚ ਹੀ ਜੋ ਸਾਰਾ ਚੈਪਟਰ ਹੈ ਐਕਸਪਲੇਨ ਕਰ ਦੂੰਗੀ। ਈਵਨ ਤੁਸੀਂ ਜਿਹੜੇ ਕੁਐਸਚਨ ਆਨਸਰਸ ਨੇ ਇਸ ਤਰ੍ਹਾਂ ਲਿਖ ਵੀ ਸਕਦੇ ਹੋ। ਈਵਨ ਸ਼ਾਰਟ ਕੁਐਸਚਨਸ ਆਨਸਰ ਵੀ ਜਿਹੜੇ ਨੇ ਤੁਸੀਂ ਕਰ ਸਕਦੇ ਹੋ। ਠੀਕ ਹੈ, ਈਜ਼ੀ ਲੈਂਗੁਏਜ ਦੇ ਵਿੱਚ, ਮਦਰ ਲੈਂਗੁਏਜ ਦੇ ਵਿੱਚ। ਠੀਕ ਹੈ। ਸੋ ਸਾਡਾ ਜੋ ਚੈਪਟਰ ਹੈ ਮੀਨਸ ਕਿ ਪੰਜਾਬ ਦੇ ਲੋਕ ਕਿੱਤੇ ਲੋਕ ਕਲਾਵਾਂ, ਪਾਠ ਦੇ ਆਧਾਰ 'ਤੇ ਦੱਸੋ ਕਿ ਲੋਕ ਕਿੱਤੇ ਦੇ ਵੱਖ-ਵੱਖ ਨਾਮ ਕਿਵੇਂ ਪ੍ਰਚਲਿਤ ਹਨ। ਠੀਕ ਹੈ, ਕਿ ਜਿਵੇਂ ਤੇ ਅਸੀਂ ਦੇਖੀਏ ਕਿ ਲੋਕ ਕਿੱਤੇ ਦੇ ਵੱਖ-ਵੱਖ ਨਾਮ, ਕਿ ਲੋਕ ਕਿੱਤਾ ਕੀ ਹੈ। ਕਿੱਤਾ ਕੀ ਹੁੰਦਾ? ਜਿਹੜਾ ਸਾਡਾ ਕੰਮ, ਯਾਨੀ ਕਿ ਪੁਰਾਣੇ ਟਾਈਮ 'ਤੇ ਜਿਹੜੇ ਲੋਕ ਕੰਮ ਕਰਦੇ ਸਨ, ਜਿਹੜੇ ਲੋਕਾਂ ਦੇ ਕਿੱਤੇ ਸਨ, ਉਹਦੇ ਬਾਰੇ ਕੀ ਕਹਿੰਦੇ ਆ ਕਿ ਉਹ ਇੱਕ ਮਨੁੱਖੀ ਜੀਵਨ ਜਾਂਚ ਦਾ ਹਿੱਸਾ ਹੁੰਦੇ ਸਨ। ਠੀਕ ਹੈ। ਲੋਕ ਕਿੱਤਿਆਂ ਦੀ ਮੁਹਾਰਤ ਕਾਰਨ ਸਮਾਜ ਦਾ ਜਿਹੜਾ ਵਿਕਾਸ ਸੰਭਵ ਹੋ ਸਕਿਆ ਹੈ। ਦੇਖੋ ਕਿ ਜੇਕਰ ਕੰਮ ਬਣੇ ਹਨ ਤਾਂ ਉਸੇ ਤਰ੍ਹਾਂ ਹੀ ਸਮਾਜ ਦਾ ਵਿਕਾਸ ਸੰਭਵ ਹੋਇਆ ਹੈ। ਠੀਕ ਹੈ। ਸਮਾਜ ਦੇ ਵਿਕਾਸ ਨਾਲ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਲੋੜ ਪੈਦਾ ਹੋਈ। ਠੀਕ ਹੈ, ਕਿ ਮਨੁੱਖ ਨੇ ਜੋ ਕਿ ਆਪਣੀ ਜ਼ਰੂਰਤ ਅਗਰ ਉਸਦੀ ਪੈਦਾ ਹੋਈ ਤਾਂ ਜ਼ਰੂਰਤਾਂ ਪੂਰੀ ਕਰਨ ਦੇ ਲਈ ਇੱਕ ਕਿੱਤਾ ਜਿਹੜਾ ਵਾ ਉੱਥੇ ਕਿੱਤੇ ਨੇ ਜਨਮ ਲਿੱਤਾ। ਠੀਕ ਹੈ। ਸਮੇਂ-ਸਮੇਂ 'ਤੇ ਧਾਤਾਂ ਅਤੇ ਔਜ਼ਾਰਾਂ ਦੀ ਲੱਭਤ ਨਾਲ ਇਸ ਦਾ ਜਿਹੜਾ ਵਿਕਾਸ ਆ ਹੁੰਦਾ ਗਿਆ। ਠੀਕ ਹੈ। ਲੋਕ ਹੌਲੀ-ਹੌਲੀ ਜਿਹੜੇ ਆ ਜੰਗਲ ਅਤੇ ਝੋਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਵਿੱਚ ਰਹਿਣ ਲੱਗ ਪਏ। ਠੀਕ ਹੈ। ਲੋਕਾਂ ਦੀ ਜ਼ਰੂਰਤਾਂ ਵਧੀ ਗਈਆਂ। ਠੀਕ ਹੈ। ਪਹਿਲੇ ਦੇਖੋ ਲੋਕੀ ਜਿਹੜੇ ਸੀਗੇ ਮਿੱਟੀ ਦੇ ਭਾਂਡੇ ਵਰਤਦੇ ਸੀਗੇ, ਮਿੱਟੀ ਦੇ ਬਰਤਨਾਂ ਵਿੱਚ ਠੀਕ ਹੈ ਪਾਣੀ ਰੱਖਦੇ ਸੀਗੇ। ਹੁਣ ਜਿਵੇਂ ਜ਼ਰੂਰਤ ਵਧੀ ਗਈ, ਲੋਕੀ ਅੱਜ ਕੱਲ੍ਹ ਕੱਚ ਦੇ ਭਾਂਡੇ ਯੂਜ਼ ਕਰਦੇ ਨੇ, ਐਲੂਮੀਨੀਅਮ ਦੇ ਬਰਤਨ ਯੂਜ਼ ਕਰਦੇ ਨੇ, ਸਟੀਲ ਦੇ ਬਰਤਨ ਯੂਜ਼ ਕਰਦੇ ਨੇ। ਠੀਕ ਹੈ। ਉਸੇ ਤਰ੍ਹਾਂ ਹੀ ਜਿਹੜੇ ਨੇ ਇਹ ਅੱਗੇ ਤੋਂ ਅੱਗੇ ਚੀਜ਼ ਚੱਲਦੀ ਜਾਂਦੀ ਹੈ। ਸਾਡੇ ਜਿਹੜੀ ਜ਼ਰੂਰਤਾਂ ਹੁਣ ਅੱਗੇ ਤੋਂ ਅੱਗੇ ਵਧੀ ਜਾਂਦੀਆਂ ਨੇ। ਠੀਕ ਹੈ। ਉਸੇ ਤਰ੍ਹਾਂ ਹੀ ਕੰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਕੰਮਾਂ ਦੀ ਜਿਹੜੀ ਵੰਡ ਵੀ ਕਰਨੀ ਪਈ ਹੈ। ਇਸੇ ਤਰ੍ਹਾਂ ਵੱਖ-ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਵੱਖ-ਵੱਖ ਕੰਮ ਸ਼੍ਰੇਣੀਆਂ ਵੀ ਹੋਂਦ ਵਿੱਚ ਆਈਆਂ ਹਨ। ਠੀਕ ਹੈ। ਕੰਮ ਸ਼੍ਰੇਣੀਆਂ ਆਈਆਂ ਅਤੇ ਜਿਹੜਾ ਕੰਮ ਲਗਾਤਾਰ ਚੰਗੇ ਤਰੀਕੇ ਨਾਲ ਅੱਗੇ ਤੋਂ ਅੱਗੇ ਵੱਧਦਾ ਗਿਆ, ਜਿਹੜਾ ਕਿ ਕਿੱਤਾ ਬਣ ਗਿਆ। ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਕਿੱਤੇ ਹੈਗੇ ਨੇ। ਠੀਕ ਹੈ। ਜਿਵੇਂ ਕਿ ਉਦਾਹਰਨ ਦੇ ਵਿੱਚ ਲੱਕੜੀ ਤਰਾਸ਼ਣ ਵਾਲੇ ਨੂੰ ਦੇ ਕਿੱਤੇ ਨੂੰ ਆਪਾਂ ਤਰਖਾਣ ਕਹਿ ਦਿੰਦੇ ਹਾਂ। ਲੋਹੇ ਦਾ ਕੰਮ ਕਰਨ ਵਾਲੇ ਲੁਹਾਰ, ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ, ਅਤੇ ਇਸ ਤਰ੍ਹਾਂ ਵੱਖ-ਵੱਖ ਜਿਹੜੇ ਮਤਲਬ ਕਿ ਜੋ ਬੰਦਾ ਜਿਸ ਤਰ੍ਹਾਂ ਦਾ ਕੰਮ ਕਰਦਾ ਹੈ ਆਪਾਂ ਉਹਨੂੰ ਉਸ ਤਰੀਕੇ ਦੇ ਨਾਮ ਨਾਲ ਬੁਲਾਉਣ ਲੱਗ ਪੈਂਦੇ ਹਾਂ। ਠੀਕ ਹੈ। ਸੋਨੇ ਦੇ ਕੰਮ ਕਰਨ ਵਾਲਾ ਸੁਨਿਆਰ ਆਪਾਂ ਕਹਾਂਗੇ, ਲੋਹੇ ਦਾ ਕੰਮ ਕਰਨ ਵਾਲੇ ਨੂੰ ਆਪਾਂ ਲੁਹਾਰ ਕਹਾਂਗੇ। ਠੀਕ ਹੈ। ਇਸ ਤਰ੍ਹਾਂ ਦੇ ਉਹਨਾਂ ਦੇ ਨਾਮ ਜਿਹੜੇ ਪਏ ਗਏ ਅਤੇ ਕਿੱਤਾ ਵੀ ਅੱਗੇ ਜਿਹੜਾ ਵਾ ਅੱਗੇ ਤੋਂ ਅੱਗੇ ਚੱਲਦਾ ਗਿਆ। ਠੀਕ ਹੈ। ਉਸ ਤੋਂ ਬਾਅਦ ਸਮਾਜ ਦੇ ਵਿਕਾਸ ਨਾਲ ਮਨੁੱਖ ਦੇ ਸਾਹਮਣੇ ਜਿਹੜੀ ਆ ਸਮਾਜ ਜਦੋਂ ਬਣ ਗਿਆ ਉਹਦੇ ਵਿੱਚ ਜਿਹੜੀ ਕਿ ਉਹਦੀ ਲੋੜ ਪੈਦਾ ਕਰਨ ਲਈ ਕੀ ਸਾਡੇ ਕਿੱਤੇ ਸ਼ੁਰੂ ਹੋ ਗਏ, ਸਾਡੇ ਕੰਮ ਸ਼ੁਰੂ ਹੋ ਗਏ। ਠੀਕ ਹੈ। ਕੰਮਾਂ ਦੀ ਗਿਣਤੀ ਜਦੋਂ ਵੱਧ ਗਈ ਤਾਂ ਕੰਮਾਂ ਦੀ ਵੰਡ ਕਰਨੀ ਜ਼ਰੂਰੀ ਹੋ ਗਈ। ਕੰਮ ਸ਼੍ਰੇਣੀ ਨੂੰ ਕਿਸੇ ਲੰਮੇ ਸਮੇਂ ਲਗਾਤਾਰ ਕਰਨ ਨਾਲ ਉਸ ਸ਼੍ਰੇਣੀ ਵਿੱਚ ਕਿੱਤੇ ਦਾ ਨਾਮ ਆ ਗਿਆ। ਠੀਕ ਹੈ। ਕਿੱਤਾ ਮੀਨਸ ਇਹ ਹੁੰਦਾ ਕਿ ਜਿਹੜੇ ਲੋਕ ਦੇਖੋ ਕਈ ਹੁੰਦੇ ਨੇ ਕਿ ਇਹ ਸਾਡਾ ਜਿਹੜਾ ਪੁਸ਼ਤੈਨੀ ਕੰਮ ਆ। ਅਸੀਂ ਦੇਖੋ ਜੀ ਪੁਰਾਣੇ ਸਮੇਂ ਤੋਂ ਜਿਹੜੇ ਸਾਡੇ ਦਾਦੇ ਪੜਦਾਦੇ ਸੀਗੇ ਉਹ ਕੰਮ ਕਰਦੇ ਸੀਗੇ। ਠੀਕ ਹੈ। ਸਪੋਜ਼ ਕਰ ਲਓ ਕਿ ਕੋਈ ਅਗਰ ਲੜਕਾ ਜਾਂ ਲੜਕੀ ਹੈ, ਕੋਈ ਮਤਲਬ ਐਸਾ ਬੱਚਾ ਹੈ ਮਤਲਬ ਕਿ ਅਗਰ ਉਸਦੇ ਪਾਪਾ ਸੁਨਿਆਰ ਨੇ ਅਤੇ ਅਗਰ ਉਹ ਕਹਿੰਦਾ ਹੈ ਕਿ ਮੇਰੇ ਤਾਂ ਮਤਲਬ ਪੁਸ਼ਤੈਨੀ ਜਿਹੜੇ ਕਿ ਮੇਰੇ ਦਾਦਾ ਪੜਦਾਦਾ ਵੀ ਇਹ ਕੰਮ ਕਰਦੇ ਨੇ, ਯਾਨੀ ਕਿ ਉਹਨਾਂ ਦਾ ਕਿੱਤਾ ਸੀਗਾ। ਉਹਨਾਂ ਦਾ ਕਿੱਤਾ ਕੀ ਸੀਗਾ? ਇਹ ਸੀਗਾ ਲੁਹਾਰ, ਯਾਨੀ ਕਿ ਸੁਨਿਆਰ ਦਾ ਕੰਮ ਸੀਗਾ। ਇਸ ਕਰਕੇ ਜਿਹੜਾ ਕਿ ਉਹਨਾਂ ਦਾ ਲੋਕ ਕਿੱਤਾ ਬਣ ਗਿਆ। ਪੰਜਾਬ ਦੇ ਲੋਕ ਕਿੱਤੇ ਅਤੇ ਕਲਾਵਾਂ ਦੇ ਪਾਠ ਦੇ ਆਧਾਰ 'ਤੇ ਲੋਕ ਕਿੱਤੇ ਅਤੇ ਲੋਕ ਧੰਦਾ ਦੇ ਅਰਥਾਂ ਵਿੱਚ ਮਾਮੂਲੀ ਫ਼ਰਕ ਕੀ ਹੈ ਅਤੇ ਚਾਨਣ ਪਾਓ। ਜਿਵੇਂ ਕਿ ਦੇਖੋ ਸਾਨੂੰ ਕੁਐਸਚਨ ਹੀ ਆ ਗਿਆ ਲੋਕ ਧੰਦਾ ਅਤੇ ਲੋਕ ਕਿੱਤਾ। ਹੁਣ ਦੇਖੋ ਤੁਸੀਂ ਇਸ ਤਰੀਕੇ ਨਾਲ ਇਸ ਚੈਪਟਰ ਨੂੰ ਸਮਝ ਸਕਦੇ ਹੋ ਕਿ ਲੋਕ ਧੰਦਾ ਅਜਿਹੇ ਕਿੱਤੇ ਨੂੰ ਕਿਹਾ ਜਾਂਦਾ ਹੈ ਜਿੱਥੋਂ ਧਨ ਪ੍ਰਾਪਤ ਹੋਵੇ। ਜਿਹੜੇ ਧੰਦੇ ਤੋਂ, ਜਿਹੜੇ ਕੰਮ ਤੋਂ ਸਾਨੂੰ ਪੈਸੇ ਪ੍ਰਾਪਤ ਹੁੰਦੇ ਨੇ ਉਹ ਸਾਡਾ ਬਣ ਜਾਂਦਾ ਹੈ ਧੰਦਾ, ਜਦ ਕਿ ਕਿੱਤੇ ਵਿੱਚ ਫਰਕ ਹੁੰਦਾ ਹੈ। ਪਹਿਲੇ ਤੁਸੀਂ ਧੰਦੇ ਨੂੰ ਸਮਝ ਲਓ। ਧੰਦੇ ਵਿੱਚ ਜਿਹੜੀ ਵੀ ਕਿਰਤ ਦਾ ਨਿਰਮਾਣ ਜ਼ਰੂਰੀ ਹੈ, ਜਿੱਥੇ ਵਿੱਚ ਵਪਾਰ, ਸ਼ਾਹੂਕਾਰ ਅਤੇ ਦਲਾਲੀ ਹੁੰਦੀ ਹੈ। ਠੀਕ ਹੈ। ਧੰਦੇ ਨੂੰ ਕਿੱਤੇ ਦੇ ਮੁਕਾਬਲੇ ਜਿਹੜਾ ਵਾ ਘੱਟ ਸਤਿਕਾਰ ਮਿਲਦਾ ਹੈ। ਠੀਕ ਹੈ। ਤੁਸੀਂ ਅਗਰ ਇਸ 2 ਪੁਆਇੰਟ ਨੂੰ ਚੰਗੀ ਤਰ੍ਹਾਂ ਸਮਝੋਗੇ ਤਾਂ ਤੁਸੀਂ ਜਿਹੜੀ ਮੇਰੀ ਪਹਿਲੀ ਐਗਜ਼ਾਮਪਲ ਸੀਗੀ ਉਹਨੂੰ ਵੀ ਚੰਗੀ ਤਰ੍ਹਾਂ ਸਮਝ ਪਾਓਗੇ। ਠੀਕ ਹੈ। ਅਤੇ ਇਸ ਦੀ ਜਿਹੜੀ ਪੁਸ਼ਟੀ ਆ ਤੰਦ ਪਿੱਟਣ ਮੁਹਾਵਰੇ ਤੋਂ ਕੀਤੀ ਜਾਂਦੀ। ਤੰਦ ਪਿੱਟਣ ਕੀ ਮਤਲਬ? ਬੇਸੁਆਦਾ ਦਾ ਜਿਹੜਾ ਕੰਮ ਕਰਨਾ। ਕਿਸੇ ਗੁੰਝਲਦਾਰ ਕੰਮ ਨੂੰ ਗੋਰਖ ਧੰਦਾ ਵੀ ਕਿਹਾ ਜਾਂਦਾ ਹੈ।
ਧੰਦੇ ਵਿੱਚ ਫ਼ਰਕ ਉਹਨਾਂ ਸਮਿਆਂ ਵਿੱਚ ਵਧੇਰੇ ਸੀ ਜਦੋਂ ਪਿੰਡਾਂ ਵਿੱਚ ਕੰਮ ਦੇ ਬਦਲੇ ਮਜ਼ਦੂਰੀ ਰੁਪਏ ਪੈਸੇ ਦੀ ਥਾਂ ਅਨਾਜ ਰੂਪ ਵਿੱਚ ਦਿੱਤੀ ਜਾਂਦੀ ਸੀ। ਸਿੱਧੀ ਅਤੇ ਸਿੰਪਲ ਲੈਂਗੁਏਜ ਵਿੱਚ ਜੇਕਰ ਮੈਂ ਲੋਕ ਧੰਦੇ ਦੀ ਗੱਲ ਕਰਾਂ ਤਾਂ ਲੋਕ ਧੰਦਾ ਯਾਨੀ ਕਿ ਉਹ ਇੱਕ ਅਜਿਹਾ ਕਿੱਤਾ, ਇੱਕ ਅਜਿਹਾ ਕੰਮ ਹੈ ਜਿੱਥੋਂ ਸਾਨੂੰ ਧਨ ਪ੍ਰਾਪਤ ਹੁੰਦਾ ਹੈ। ਠੀਕ ਹੈ, ਉਹ ਸਿਰਫ ਉਹ ਕੰਮ ਸਿਰਫ ਅਸੀਂ ਇਸ ਲਈ ਕਰਦੇ ਹਾਂ ਕਿ ਸਾਨੂੰ ਉਹ ਤੋਂ ਜਿਹੜੀ ਸਾਡੀ ਜ਼ਰੂਰਤ ਪੈਦਾ ਹੁੰਦੀ ਹੈ, ਸਾਡਾ ਇਹ ਧੰਦਾ ਹੈ, ਸਾਡੀ ਇਹ ਜ਼ਰੂਰਤ ਜਿਹੜੀ ਆ ਪੂਰੀ ਹੁੰਦੀ ਹੈ, ਇਹ ਇਸ ਕਰਕੇ ਉਹ ਕੰਮ ਕਰਦੇ ਪਏ। ਪਰ ਲੋਕ ਕਿੱਤਾ ਇਸ ਤੋਂ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ। ਲੋਕ ਕਿੱਤਾ ਉਸ ਨੂੰ ਕਿਹਾ ਜਾਂਦਾ ਹੈ ਜਿੱਥੋਂ ਕਿ ਕਿਰਤ ਦਾ ਨਿਰਮਾਣ ਹੁੰਦਾ ਹੈ। ਜਿਹੜੀ ਸਾਡੀ ਕਿਰਤ ਆ, ਕਿਰਤ ਯਾਨੀ ਕਿ ਇਟ ਮੀਨਸ ਕਲਾ, ਸਾਡੀ ਸੋਹਜ ਜਿਹੜੀ ਇੱਕ ਤਰ੍ਹਾਂ ਦੀ ਇੱਥੋਂ ਸ਼ੁਰੂ ਹੁੰਦੀ ਹੈ। ਇਹ ਹੱਥ ਨਾਲ ਕੀਤੇ ਕੰਮ ਨੂੰ ਹੀ ਕਾਰ ਕਰਨੀ ਕਿਹਾ ਜਾਂਦਾ ਹੈ। ਕਿੱਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਜਿਹੜਾ ਵਾ ਜਿਸ ਤੋਂ ਕਿਸੇ ਕਿਰਤ ਦਾ ਨਿਰਮਾਣ ਹੋਵੇ। ਠੀਕ ਹੈ, ਜਿੱਥੋਂ ਕਿ ਕਿਸੇ ਕਿਰਤ ਦਾ ਨਿਰਮਾਣ ਹੋ ਰਿਹਾ ਹੈ, ਜਿਵੇਂ ਕਿ ਤਰਖਾਣ, ਲੁਹਾਰ ਆਦਿ ਦੁਆਰਾ ਬਣਾਈਆਂ ਗਈਆਂ ਵਸਤਾਂ, ਚੀਜ਼ਾਂ। ਕੁਝ ਕਿੱਤੇ ਅਜਿਹੇ ਲੋਕਾਂ ਦੇ ਹੁੰਦੇ ਹਨ ਜੋ ਕਿ ਮਨੋਰੰਜਨ ਨਾਲ ਹੁੰਦੇ ਹਨ। ਇਹਨਾਂ ਨਾਲ ਦੇਖੋ, ਇਹਨਾਂ ਨੂੰ ਇੱਥੋਂ ਧਨ ਵੀ ਪ੍ਰਾਪਤ ਹੁੰਦੇ ਆ, ਪਰ ਕੀ ਇਹਨਾਂ ਦਾ ਪੁਸ਼ਤੈਨੀ ਚੱਲਿਆ ਆਉਂਦਿਆ ਵਾ, ਸ਼ੁਰੂ ਤੋਂ ਚੱਲਿਆ ਆਉਂਦਾ, ਯਾਨੀ ਕਿ ਇਹ ਕੰਮ ਕਦੀ ਇਹਨਾਂ ਦਾ ਬੰਦ ਨਹੀਂ ਹੋਣਾ। ਉੱਥੋਂ ਇਹ ਬਣ ਜਾਂਦਾ ਵਾ ਲੋਕ ਕਿੱਤਾ। ਠੀਕ ਹੈ, ਅਜਿਹੇ ਕਿੱਤੇ ਵਿੱਚ ਭਾਵੇਂ ਸਥੂਲ ਯਾਨੀ ਕਿ ਛੂਹ ਸਕਣ ਵਾਲੀ ਕਿਰਤ ਦਾ ਨਿਰਮਾਣ ਨਹੀਂ ਹੁੰਦਾ, ਪਰ ਅਸਥੂਲ ਭਾਵ ਮਹਿਸੂਸ ਕਰਨ ਵਾਲੀ ਕਿਰਤ ਵਜੋਂ ਜ਼ਰੂਰ ਨਿਰਮਾਣ ਹੁੰਦੀ ਹੈ। ਜਿਵੇਂ ਕਿ ਬਾਜੀਗਰ ਆਪਣੇ ਕਰਤੱਬਾਂ ਨਾਲ ਸਾਡੇ ਮਨ ਅਤੇ ਚੇਤਨਾ ਵਿੱਚ ਕਈ ਪ੍ਰਕਾਰ ਦੇ ਦ੍ਰਿਸ਼ ਸਿਰਜਦੇ ਹਨ। ਇਹ ਉਹ ਤਰ੍ਹਾਂ ਦਾ ਲੋਕ ਕਿੱਤਾ ਹੁੰਦਾ ਹੈ। ਠੀਕ ਹੈ, ਲੋਕਾਂ ਲਈ ਕੀਤਾ ਹੋਇਆ ਕਿੱਤਾ ਹੈ। ਠੀਕ ਹੈ, ਇਹ ਉਹ ਚੀਜ਼ ਹੈ ਜਿੱਥੋਂ ਇਹਨਾਂ ਨੂੰ ਥੋੜ੍ਹੀ ਬਹੁਤੀ ਇਨਕਮ ਦਾ ਤਾਂ ਹੁੰਦਾ ਹੈ, ਬਟ ਇਹ ਸਿਰਫ ਆਪਣੇ ਮਨੋਰੰਜਨ ਲਈ, ਆਪਣੇ ਲਈ ਕਿ ਆਪਣੀ ਖੁਸ਼ੀ ਹੋਣ ਲਈ ਵੀ ਇਹ ਉਹ ਕੰਮ ਕਰਦੇ ਹਨ। ਠੀਕ ਹੈ, ਉਸ ਤਰੀਕੇ ਇਸ ਕਰਕੇ ਇਹ ਲੋਕ ਕਿੱਤਾ ਲੋਕ ਧੰਦੇ ਤੋਂ ਡਿਫਰੈਂਟ ਹੈ। ਠੀਕ ਹੈ, ਮਰਾਸੀ ਵਿੱਚ ਦੇਖੋ ਆਪਣੀ ਹਾਜ਼ਰ ਜੁਰਾਬੀ ਅਤੇ ਭਾਸ਼ਾਈ ਮੁਹਾਰਤ ਨਾਲ ਉਹ ਦਰਸ਼ਕਾਂ ਨੂੰ ਕੁਝ ਸਮੇਂ ਲਈ ਕਿਸੇ ਹੋਰ ਸੰਸਾਰ ਵਿੱਚ ਲੈ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੀ ਇਹ ਕਿੱਤੇ ਵੀ ਕਿਸੇ ਤਰ੍ਹਾਂ ਆਪਣੇ ਹੁਨਰ ਨਾਲ ਇੱਕ ਤਰ੍ਹਾਂ ਦੀ ਕਿਰਤ ਦਾ ਹੀ ਨਿਰਮਾਣ ਕਰਦੇ ਹਨ। ਬਾਜੀਗਰ ਕੋਲ ਔਜ਼ਾਰਾਂ ਦੀ ਥਾਂ ਸਰੀਰਿਕ ਅਤੇ ਸਰੀਰ ਦੇ ਅੰਗ ਹੁੰਦੇ ਹਨ। ਠੀਕ ਹੈ, ਅਤੇ ਮਰਾਸੀਆਂ ਕੋਲ ਭਾਸ਼ਾਈ ਮੁਹਾਵਰੇ ਦੀ ਕਲਾ, ਸਿਰਫ ਉਹਨਾਂ ਕੋਲ ਇਹੀ ਚੀਜ਼ ਹੁੰਦੀ ਹੈ। ਠੀਕ ਹੈ, ਇਹ ਚੀਜ਼ ਕਰਕੇ ਉਹ ਜਿਹੜਾ ਵਾ ਆਪਣਾ ਜੀਵਨ ਨਿਰਵਾਹ ਕਰਦੇ ਹਨ। ਸੋ ਆਈ ਹੋਪ ਕਿ ਤੁਹਾਨੂੰ ਲੋਕ ਧੰਦਾ ਅਤੇ ਲੋਕ ਕਿੱਤੇ ਬਾਰੇ ਅੱਛੀ ਤਰ੍ਹਾਂ ਪਤਾ ਚੱਲ ਗਿਆ ਹੋਏਗਾ। ਲੋਕ ਧੰਦਾ ਉਹ ਆ ਜਿੱਤੋਂ ਮਤਲਬ ਕਿ ਕਹਿ ਵੀ ਸਕਦੇ ਕਿ ਇਹ ਸਿਰਫ ਧੰਦ ਪਿੱਟਣਾ ਵਾ, ਕਹਿ ਸਕਦੇ ਕਿ ਸਿਰਫ ਆਪਾਂ ਇਹ ਸਿਰਫ ਧੰਦ ਪਿੱਟਣਾ ਵਾ, ਮਤਲਬ ਕਿ ਸਿਰਫ ਬੇਸੁਦਾ ਕੰਮ ਆ, ਇਹ ਸਿਰਫ ਇਨਕਮ ਦੇ ਲਈ, ਸਿਰਫ ਪੈਸੇ ਲਈ ਕਰ ਰਹੇ ਹਾਂ। ਪਰ ਜਿਹੜਾ ਲੋਕ ਕਿੱਤਾ ਵਾ ਉਹ ਸਾਡੇ ਲਈ ਜ਼ਰੂਰੀ ਆ। ਠੀਕ ਹੈ, ਕਿ ਸਾਡੇ ਅਗਰ ਪੁਸ਼ਤੈਨੀ ਕੰਮ ਚੱਲਿਆ ਆਉਂਦਾ ਤਾਂ ਉਹ ਚੱਲ ਰਿਹਾ ਵਾ। ਠੀਕ ਹੈ, ਉਹ ਸਾਡਾ ਲੋਕ ਕਿੱਤਾ ਵਾ, ਮਤਲਬ ਕਿ ਸਾਡੀ ਇਹ ਕਲਾ ਦੇ ਨਾਲ ਆ। ਲੋਕ ਕਿੱਤੇ ਨੂੰ ਆਪਾਂ ਕਲਾ ਦੇ ਨਾਲ ਜੋੜ ਸਕਦੇ ਹਾਂ। ਠੀਕ ਹੈ, ਸੋ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਸੋ ਇਹ ਗ੍ਰਾਫ ਤੋਂ ਆਪਾਂ ਸਮਝ ਸਕਦੇ ਹਾਂ ਲੋਕ ਕਿੱਤਾ ਅਤੇ ਧੰਦੇ ਵਿਚਕਾਰ ਅੰਤਰ। ਲੋਕ ਕਿੱਤਾ ਕਿਰਤ ਦਾ ਨਿਰਮਾਣ, ਵੱਧ ਸਤਿਕਾਰ ਵਾਲਾ ਬਾਜੀਗਰ, ਲੁਹਾਰ। ਠੀਕ ਹੈ, ਲੋਕ ਧੰਦੇ ਵਿੱਚ ਕੀ ਹੁੰਦਾ, ਸਾਡੀ ਕਿਰਤ ਦਾ ਨਿਰਮਾਣ, ਯਾਨੀ ਕਿ ਸਾਡੇ ਵਿੱਚ ਸਾਡੀ ਜਿਹੜੀ ਕਲਾ ਹੁੰਦੀ ਆ ਜ਼ਿਆਦਾ ਨਿਖਰ ਕੇ ਨਹੀਂ ਆਉਂਦੀ। ਠੀਕ ਹੈ, ਅਸੀਂ ਸਿਰਫ ਉਹਨੂੰ ਸਿਰਫ ਆਪਣੀ ਮਤਲਬ ਜ਼ਰੂਰਤ ਲਈ ਕਰਦੇ ਹਾਂ। ਇੱਕ ਇਹ ਘੱਟ ਸਤਿਕਾਰ ਵਾਲਾ ਵੀ ਹੁੰਦਾ, ਆਪਾਂ ਸਿਰਫ ਪੈਸੇ ਲਈ ਇਸ ਧੰਦੇ ਨੂੰ ਕਰ ਰਹੇ ਹਾਂ। ਅਤੇ ਇਹਦੇ ਵਿੱਚ ਜਿਹੜੀ ਹੁੰਦੀ ਆ ਵਪਾਰ ਹੁੰਦਾ, ਸ਼ਾਹੀਕਾਰ ਹੁੰਦੀ ਹੈ ਅਤੇ ਦਲਾਲੀ ਹੁੰਦੀ ਹੈ। ਠੀਕ ਹੈ, ਜਦ ਕਿ ਇਹਦੇ 'ਚ ਕੋਈ ਇੱਦਾਂ ਦੀ ਚੀਜ਼ ਨਹੀਂ ਹੈ। ਇਹ ਵੱਧ ਸਤਿਕਾਰ ਵਾਲਾ ਵਾ, ਕਿਰਤ ਦੇ ਨਿਰਮਾਣ ਵਾਲਾ ਵਾ, ਅਤੇ ਇਹ ਬਾਜੀਗਰ, ਲੁਹਾਰ ਅਤੇ ਮਰਾਸੀ ਤੋਂ ਆਪਾਂ ਸਿੱਖ ਸਕਦੇ ਹਾਂ ਕਿ ਹਾਂ ਲੋਕ ਕਿੱਤਾ ਅਤੇ ਲੋਕ ਧੰਦੇ ਵਿੱਚ ਕੀ ਡਿਫਰੈਂਟ ਹੈ। ਸੋ ਉਸ ਤੋਂ ਬਾਅਦ ਲੋਕ ਕਿੱਤੇ ਦੀ ਵਿਸ਼ੇਸ਼ਤਾ ਕੀ ਹੈ ਅਤੇ ਲੁਹਾਰ ਅਤੇ ਤਰਖਾਣ ਵੱਲੋਂ ਬਣਾਏ ਜਾਣ ਵਾਲੇ ਸੰਦਾਂ ਦੇ ਨਾਮ ਦੱਸੋ। ਇਹਦੇ ਵਿੱਚ ਤੁਹਾਨੂੰ ਸ਼ਾਰਟ ਕੁਐਸਚਨ ਆਉਂਦੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ, ਲੌਂਗ ਵੀ। ਲੋਕ ਕਿੱਤੇ ਦੀ ਵਿਸ਼ੇਸ਼ਤਾ ਹੈ ਕਿ ਉਹ ਸੱਭਿਆਚਾਰ ਅਤੇ ਰਹਿਤ ਦੀਆਂ ਲੋੜਾਂ ਜ਼ਰੂਰੀਆਂ ਕਰਦੇ ਹਨ। ਠੀਕ ਹੈ, ਉਹਨਾਂ ਦੀ ਲੋੜਾਂ ਨੂੰ ਪੂਰੀਆਂ ਕਰਦੇ ਹਨ। ਸਮਾਜ ਵਿੱਚ ਸੱਭਿਆਚਾਰ ਨਿੱਤ ਪ੍ਰਤੀ ਜੀਵਨ ਵਿੱਚ ਸਧਾਰਨ ਤੋਂ ਸਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀਆਂ ਲਈ ਲਾਹੇਵੰਦ ਹੈ। ਸਿੰਪਲ ਲੈਂਗੁਏਜ 'ਚ ਲੋਕ ਕਿੱਤਾ ਇੱਕ ਪਿਤਾ ਪੁਰਖੀ ਕੰਮ ਨੂੰ ਕਿਹਾ ਜਾਂਦਾ ਹੈ, ਜਿਹੜਾ ਕਿ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ, ਅਤੇ ਨਵੀਂ ਪੀੜ੍ਹੀ ਆਪਣੇ ਵੱਡੇ ਵਡੇਰਿਆਂ ਤੋਂ ਸਿੱਖਦੀ ਹੋਈ ਅਤੇ ਫਿਰ ਅਗਲੀ ਪੀੜ੍ਹੀ ਵੱਲ ਵਧਾਉਂਦੀ ਚੱਲ ਜਾਂਦੀ ਹੈ। ਇਹ ਉਹ ਜੋ ਪ੍ਰੋਪਰ ਡੈਫੀਨੇਸ਼ਨ ਆਪਾਂ ਕਹਿ ਸਕਦੇ ਹਾਂ ਲੋਕ ਕਿੱਤੇ ਦੀ। ਠੀਕ ਹੈ, ਉਦਾਹਰਨ ਵਜੋਂ ਜਿਵੇਂ ਖੇਤੀ ਅਤੇ ਘਰੇਲੂ ਲੋੜਾਂ ਲਈ ਲੁਹਾਰ ਅਤੇ ਤਰਖਾਣ ਕਿੱਤਿਆਂ ਨੂੰ ਲਿਆ ਜਾ ਸਕਦਾ ਹੈ। ਲੁਹਾਰ ਅਤੇ ਤਰਖਾਣ ਵਾਲੇ ਬਣਾਉਣ ਜਾਣ ਵਾਲੇ ਸੰਦ, ਯਾਨੀ ਕਿ ਜੋ ਉਹਨਾਂ ਦੇ ਹਥਿਆਰ ਵਗੈਰਾ ਆਪਾਂ ਕਹਿ ਸਕਦੇ ਹਾਂ, ਹਥਿਆਰ ਨਹੀਂ, ਜੋ ਉਹਨਾਂ ਦੇ ਇੰਸਟਰੂਮੈਂਟ ਵਗੈਰਾ ਹੁੰਦੇ ਨੇ।
ਠੀਕ ਹੈ, ਜੋ ਸਭ ਕੁਝ ਯੂਜ਼ ਕਰਦੇ ਨੇ। ਕੀ ਯੂਜ਼ ਕਰਦੇ ਨੇ? ਲੁਹਾਰ, ਤਰਖਾਣ ਦੇ ਖੇਤੀ ਦੇ ਲਈ ਉਹ ਗੱਡਾ, ਸੁਹਾਗਾ, ਹਲ, ਪੰਜਾਲੀ, ਤੰਗਲੀ, ਸਲੰਗ, ਦਾਤਰੀ, ਕਹੀ, ਰੰਬਾ, ਕੁਹਾੜੀ, ਗੁਲਾੜੀ, ਜੂਲਾ, ਕੁਲਾੜੀ ਅਤੇ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਹਰਟ ਆਦਿ ਬਣਾਉਂਦਾ ਹੈ। ਅਤੇ ਘਰੇਲੂ ਵਰਤੋਂ ਲਈ ਉਹ ਮੰਜੀ, ਪੀੜੀ, ਮਧਾਣੀ, ਕੜਵੰਜੀ, ਅਟੇਰਨਾ, ਚਰਖਾ, ਚੱਕੀ, ਸੰਦੂਕ, ਘੋਟਣਾ, ਗਡੀਹਰਾ, ਪੰਗੂੜਾ, ਚੱਕਲਾ, ਵੇਲਣਾ ਆਦਿ ਗਿਣੇ ਜਾ ਸਕਦੇ ਹਨ। ਠੀਕ ਹੈ, ਤੁਸੀਂ ਇਹਨਾਂ ਵਿੱਚੋਂ ਜਿਹੜੇ ਆ 4 to 5 ਨਾਮ ਜਿਹੜੇ ਲਰਨ ਕਰ ਸਕਦੇ ਹੋ। ਠੀਕ ਹੈ, ਜ਼ਿਆਦਾ ਨਹੀਂ। ਸੋ ਇਹ ਗ੍ਰਾਫ ਤੋਂ ਤੁਸੀਂ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਸੁਨਾਰ ਅਤੇ ਅਨੇਕ ਪ੍ਰਕਾਰ ਦੀ ਵਣਗੀ ਦੇ ਗਹਿਣੇ ਬਣਾਉਂਦਾ ਹੈ। ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਮਰਦ ਅਤੇ ਇਸਤਰੀਆਂ ਦੇ ਕਿਹੜੇ ਗਹਿਣੇ ਬਣਾਉਂਦਾ ਹੈ। ਯਾਨੀ ਕਿ ਲੋਕ ਕਿੱਤਾਂ ਦੀ ਅਗਰ ਗੱਲ ਚੱਲਦੀ ਪਈ, ਲੋਕ ਕਿੱਤੇ ਵਿੱਚ ਜਿਹੜਾ ਕਿੱਤਾ ਵਾ ਉਹ ਸਾਡੇ ਲਈ ਮਤਲਬ ਹਾਰ ਸ਼ਿੰਗਾਰ ਲਈ ਵੀ ਸਾਡੇ ਲਈ ਬਣਾਏ ਜਾਂਦੇ ਨੇ। ਇਸ ਕਰਕੇ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਕਿ ਜਿਹੜੇ ਇਸਤਰੀਆਂ ਅਤੇ ਮਰਦਾਂ ਲਈ ਵੀ ਜਿਹੜੇ ਆ ਗਹਿਣੇ ਬਣਦੇ ਹਨ। ਅਤੇ ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ ਕਿਹਾ ਗਿਆ ਵਾ, ਕਾਰੀਗਰ ਨੂੰ। ਸੁਨਿਆਰਾ ਲੋਕਾਂ ਲਈ ਲੋੜੀਂਦਾ ਜਿਹੜੇ ਗਹਿਣੇ ਤਿਆਰ ਕਰਦਾ ਹੈ। ਗਹਿਣੇ ਜਿਹੜੇ ਅਨੇਕ ਪ੍ਰਕਾਰ ਦੇ ਹੁੰਦੇ ਹਨ। ਕਿੰਨੇ ਪ੍ਰਕਾਰ ਦੇ? ਇਸਤਰੀਆਂ ਦੇ ਗਹਿਣੇ, ਮਰਦਾਂ ਦੇ ਗਹਿਣੇ। ਠੀਕ ਹੈ, ਹੁਣ ਇਸਤਰੀਆਂ ਦੇ ਦੇਖੋ ਕਈ ਪ੍ਰਕਾਰ ਦੇ ਗਹਿਣੇ ਹਨ, ਜਿਵੇਂ ਕਿ ਕੇਸਾਂ ਜਾਂ ਮੱਥੇ 'ਤੇ ਗਹਿਣੇ ਲਈ ਇਸਤਰੀਆਂ ਆਪਣੇ ਕੇਸਾਂ ਵਿੱਚ ਕਿੱਦਾਂ ਵਾ, ਵਾਲ ਵਿੱਚ ਜਿੱਦਾਂ ਗੁੰਦ ਕੇ ਗਹਿਣੇ, ਮਤਲਬ ਕਿ ਗੁੱਤ ਕਰਕੇ ਉਹ ਕੀ ਆ, ਕਲਿੱਪ, ਸੂਈਆਂ, ਬਗਿਆੜੀ, ਸੰਗੀ, ਫਲ, ਠੁੱਠੀਆਂ, ਦਾਉਨੇ, ਟਿੱਕਾ, ਤੰਗਾ, ਸ਼ਿੰਗਾਰ ਪੱਟੀ ਆਦਿ ਲਗਾਉਂਦੀਆਂ ਹਨ। ਠੀਕ ਹੈ, ਕੰਨਾਂ ਵਿੱਚ ਪਹਿਨੇ ਜਾਣ ਵਾਲੇ ਕਿਹੜੇ ਨੇ? ਵਾਲੀਆਂ, ਕਾਂਟੇ, ਪਿੱਪਲ, ਪੱਤੀਆਂ, ਡੇਡੂ, ਝੁਮਕੇ, ਬੁੰਦੇ, ਰੇਲਾ, ਡੰਡੀਆਂ। ਠੀਕ ਹੈ, ਤੁਸੀਂ ਇਹਨਾਂ ਵਿੱਚੋਂ ਵੀ ਜਿਹੜੇ ਕਿ 4 to 5 ਨਾਮ ਜਿਹੜੇ ਕਿ ਲਰਨ ਕਰ ਸਕਦੇ ਹੋ। ਨੱਕ ਵਿੱਚ ਪਹਿਨੇ ਜਾਣ ਲਈ ਕਿਹੜੇ ਜਿਹੜੇ ਨੇ? ਇੱਕ ਦੇਖੋ ਗਹਿਣੇ, ਨੱਥ, ਬੁਲਾਕ, ਲੌਂਗ, ਕੋਕਾ, ਤੀਲੀ ਵਾਲਾ, ਬੇਸਰ, ਨੁਕਰਾ ਆਦਿ। ਠੀਕ ਹੈ, 4-5 ਨਾਮ ਤੁਸੀਂ ਮੇਨਲੀ ਲਰਨ ਕਰ ਸਕਦੇ ਹੋ ਇਸਤਰੀਆਂ ਜੋ ਔਰਨਾਮੈਂਟਸ ਵਗੈਰਾ ਵੇਅਰ ਕਰਦੀਆਂ ਨੇ। ਗਰਦਨ ਵਿੱਚ ਕੀ? ਹੰਸ, ਰਾਣੀ ਹਾਰ, ਤਵੀਤ, ਦਾਖਾ, ਚੰਪਾਕਲੀ, ਸੋਕਨ, ਮੋਹਰਾ। ਠੀਕ ਹੈ, ਇਹ ਸਾਰੇ। ਉਸ ਤੋਂ ਬਾਅਦ ਵੀਣੀ 'ਤੇ ਪਹਿਨਣ ਵਾਲਾ ਗੋਖੜੂ, ਪਰੀਬੰਦ, ਗਜਰੇ, ਪੌਂਚੀ, ਚੂੜੀਆਂ, ਬਾਜੂਬੰਦ, ਕੰਗਣ, ਵਾਂਗਾ, ਬਾਂਕਾ, ਕਲੀਰੇ ਆਦਿ। ਠੀਕ ਹੈ, ਤੇ ਪੁਰਸ਼ ਆਪਣੀ ਵੀੜੀ 'ਤੇ ਘੜਾ ਪਾਉਂਦੇ ਹਨ, ਇਹ ਯਾਦ ਰੱਖਣਾ। ਉਂਗਲਾਂ 'ਤੇ ਪਹਿਨੇ ਜਾਣ ਵਾਲੇ ਮੁੰਦਰੀ, ਛਾਪ, ਕਲੀਚੜੀ, ਆਰਸੀ ਆਦਿ ਹਨ। ਠੀਕ ਹੈ, ਸੋ ਇਸਤਰੀਆਂ ਲਈ ਕਾਫੀ ਸਾਰੇ ਨੇ। ਸੋ ਇਹ ਬਰੀਫ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਮਰਦਾਂ ਦੇ ਗਹਿਣੇ। ਸੋ ਮਰਦਾਂ ਦੇ ਗਹਿਣੇ ਵਿੱਚ ਤੁਸੀਂ ਸਿੰਪਲੀ ਦੇਖ ਸਕਦੇ ਹੋ ਕਿ ਔਰਤਾਂ ਦੇ ਮੁਕਾਬਲੇ ਮਰਦ ਬਹੁਤ ਹੀ ਘੱਟ ਗਹਿਣੇ ਪਹਿਨਦੇ ਹਨ। ਜਿਵੇਂ ਕਿ ਔਰਤ ਲਈ ਦੇਖ ਲਓ ਤੁਸੀਂ, ਕਾਫੀ ਸਾਰੇ ਦੇਖ ਲਓ ਕਿ ਉਹ ਕਾਫੀ ਸਾਰੇ ਔਰਨਾਮੈਂਟਸ ਜਿਹੜੇ ਨੇ ਵੇਅਰ ਕਰਦੇ ਨੇ, ਬਟ ਮਰਦ ਬਹੁਤ ਹੀ ਘੱਟ। ਉਹ ਸਿਰਫ ਹੱਥ ਵਿੱਚ ਕੜਾ ਪਾਉਂਦੇ ਹਨ ਅਤੇ ਆਪਣੀ ਵੀਣੀ ਵਿੱਚ ਕੜਾ ਪਾਉਂਦੇ ਹਨ ਅਤੇ ਉਂਗਲਾਂ ਵਿੱਚ ਮੁੰਦਰੀ ਜਾਂ ਛਾਪ ਪਾਉਂਦੇ ਹਨ ਅਤੇ ਗਲ ਵਿੱਚ ਕੈਂਠਾ ਪਾਉਂਦੇ ਹਨ, ਜਿਹਨੂੰ ਕਿ ਮਾਣ ਦੀ ਗੱਲ ਸਮਝੀ ਜਾਂਦੀ ਹੈ। ਕਈ ਲੋਕ ਆਪਣੇ ਸ਼ੌਂਕ ਲਈ ਕੰਨਾਂ ਵਿੱਚ ਮੁੰਦਰਾਂ ਜਾਂ ਨੱਤੀਆਂ ਵੀ ਪਾ ਲੈਂਦੇ ਹਨ। ਠੀਕ ਹੈ, ਆਈ ਹੋਪ ਤੁਹਾਨੂੰ ਇੰਨੇ ਲੌਂਗ ਕੁਐਸਚਨ ਸਮਝ ਲੱਗ ਗਏ ਹੋਣਗੇ। ਐਂਡ ਜਿਹੜੇ ਨੈਕਸਟ ਲੌਂਗ ਕੁਐਸਚਨ ਨੇ ਉਹ ਆਪਾਂ ਨੈਕਸਟ ਵੀਡੀਓ ਵਿੱਚ ਐਕਸਪਲੇਨ ਕਰਾਂਗੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਜ਼ਰੂਰ ਕਰਨਾ। ਐਂਡ ਥੈਂਕਸ ਫॉर ਵਾਚਿੰਗ। ਬਾਏ ਬਾਏ ਐਂਡ ਟੇਕ ਕੇਅਰ।